Hello students, in this lecture we discuss chapter number 8 Indian taxation system. Taxation system ਕਿਸੇ ਵੀ ਇਕਨੋਮਿਕ ਤੇ ਕੰਟਰੀ ਦੇ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਬਹੁਤ ਹੀ significant role play ਕਰਦਾ ਆ. The objective of Indian taxation system according to Planning Commission is to mobilize resources for economic development, encouraging saving and investment for the purpose of capital formation, and third one is reduce inequality of wealth and income. Fourth is augment the income of the central and the state. Fifth is regulate consumption in order to check inflation. In the words of Newman, by tax we mean a compulsory payment for public purpose. टैक्स की एक कंपलसरी पेमेंट आ जो कि लोगों को पे करना पैंदा है गवर्नमेंट ਨੂੰ. There are two kinds of tax. First one is direct tax and second is indirect tax. Direct tax उस person ਤੋਂ ਚਾਰਜ ਕੀਤਾ ਜਾਂਦਾ ਹੈ ਜਿਸ ਦੇ ਉੱਪਰ ਇਹ ਡਾਇਰੈਕਟਲੀ ਲਗਾਇਆ ਜਾਂਦਾ, ਲਾਈਕ ਇਨਕਮ ਟੈਕਸ, ਕਾਰਪੋਰੇਸ਼ਨ ਟੈਕਸ. ਇਨਕਮ ਟੈਕਸ ਕੀ ਹੁੰਦਾ ਆ ਕਿ ਜਿਹੜਾ ਕਿਸੇ ਪਰਸਨ ਦੀ ਇਨਕਮ 'ਤੇ ਲਗਾਇਆ ਜਾਂਦਾ, ਦੈਟ ਇਜ਼ ਨੋਨ ਐਜ਼ ਇਨਕਮ ਟੈਕਸ. ਕਾਰਪੋਰੇਸ਼ਨ ਟੈਕਸ ਜਦੋਂ ਕਿਸੇ ਕੰਪਨੀ ਦੀ ਇਨਕਮ ਦੇ ਉੱਪਰ ਲਗਾਇਆ ਜਾਂਦਾ ਹੈ ਉਸਨੂੰ ਕਾਰਪੋਰੇਟ ਟੈਕਸ ਕਿਹਾ ਜਾਂਦਾ ਹੈ. ਸੈਕਿੰਡ ਇਜ਼ ਇਨਡਾਇਰੈਕਟ ਟੈਕਸ. ਇਨਡਾਇਰੈਕਟ ਟੈਕਸ ਜਿਹੜਾ is charged from producer by the government but is actually paid by customer to traders producer. ਇਨਡਾਇਰੈਕਟ ਟੈਕਸ ਲਗਾਇਆ ਤਾਂ ਇੱਕ ਪਰਸਨ ਦੇ ਉੱਪਰ ਜਾਇਆ ਜਾਂਦਾ ਹੈ ਲਾਈਕ ਪ੍ਰੋਡਿਊਸਰ ਦੇ ਉੱਪਰ, ਬਟ ਉਸ ਦਾ ਜਿਹੜਾ ਐਕਚੁਅਲੀ ਪੇਡ ਉਹ ਕਸਟਮਰਸ ਕਰਦੇ ਆ, ਲਾਈਕ ਐਕਸਾਈਜ਼ ਡਿਊਟੀ ਹੋ ਗਿਆ, ਕਸਟਮ ਡਿਊਟੀਜ਼, ਗੁੱਡਸ ਐਂਡ ਸਰਵਿਸਿਜ਼ ਟੈਕਸ ਐਕਸੈਕਟਰਾ. ਇਨਡਾਇਰੈਕਟ ਟੈਕਸ ਦਾ ਜਿਹੜਾ ਬਰਡਨ ਆ ਉਹ ਜਿਸ ਦੇ ਉੱਪਰ ਲਗਾਇਆ ਜਾਂਦਾ ਉਸ ਦੇ ਉੱਪਰ ਨਹੀਂ, ਦੂਸਰੇ ਪਰਸਨ ਉੱਪਰ ਲਾਈਕ ਕਸਟਮਰਸ ਦੇ ਉੱਪਰ ਜ਼ਿਆਦਾ ਪੈਂਦਾ ਆ. Both direct and indirect taxes play an important role in Indian taxation system. Before the British rule ਤੋਂ ਪਹਿਲਾਂ 3 kinds of tax imposed ਕੀਤੇ ਜਾਂਦੇ ਸੀ ਇੰਡੀਆ ਦੇ ਵਿੱਚ: ਲੈਂਡ ਰੈਵਨਿਊ, ਐਕਸਾਈਜ਼ ਡਿਊਟੀ ਐਂਡ ਕਸਟਮ ਡਿਊਟੀ. ਇਸ ਤੋਂ ਇਲਾਵਾ ਜਿਹੜਾ ਜਜ਼ੀਆ ਟੈਕਸ ਲਿਆ ਜਾਂਦਾ ਸੀ ਮੁਸਲਿਮ ਸਟੇਟਸ ਦੇ ਵਿੱਚ, ਜਿਹੜੇ ਨੋਨ ਮੁਸਲਿਮ ਹੁੰਦੇ ਸੀ, ਜਿਹੜੇ ਮੁਸਲਮਾਨ ਨਹੀਂ ਲੋਕੀ ਹੁੰਦੇ ਸੀ, ਰਿਲੀਜਨ ਬੇਸ ਦੇ ਉੱਪਰ ਉਹਨਾਂ ਤੋਂ ਜਜ਼ੀਆ ਟੈਕਸ ਲਿਆ ਜਾਂਦਾ ਸੀ. ਈਸਟ ਇੰਡੀਆ ਕੰਪਨੀ ਐਂਡ ਬ੍ਰਿਟਿਸ਼ ਗਵਰਨਮੈਂਟ ਇਨਕਰੀਜ਼ ਦੀ ਨੰਬਰ ਐਂਡ ਕਾਈਂਡਸ ਆਫ ਟੈਕਸਸ. ਉਸ ਤੋਂ ਬਾਅਦ ਜਿਹੜੀ ਈਸਟ ਇੰਡੀਆ ਕੰਪਨੀ ਅਤੇ ਬ੍ਰਿਟਿਸ਼ ਗਵਰਨਮੈਂਟ ਨੇ ਨੰਬਰ ਆਫ ਟੈਕਸਸ ਨੂੰ ਇਨਕਰੀਜ਼ ਕਰ ਦਿੱਤਾ. ਇਨਕਮ ਟੈਕਸ ਵਾਜ਼ imposed for the first time in 1860 ਦੇ ਵਿੱਚ ਸਰ ਜੇਮਸ ਵਿਲਸਨ ਨੇ ਸਭ ਤੋਂ ਪਹਿਲਾਂ ਇਨਕਮ ਟੈਕਸ ਨੂੰ ਇੰਪੋਜ਼ਡ ਕੀਤਾ ਸੀ. ਬ੍ਰਿਟਿਸ਼ ਰੂਲ ਦੇ ਟਾਈਮ ਜਿਹੜਾ ਟੈਕਸੇਸ਼ਨ ਸਿਸਟਮ ਸੀ ਉਸ ਦਾ ਮੇਨ ਓਬਜੈਕਟਿਵ ਕੀ ਸੀ? ਐਡਮਿਨਿਸਟ੍ਰੇਟਿਵ ਐਕਸਪੈਂਸਸ ਨੂੰ ਪੂਰਾ ਕਰਨਾ, ਲੋਕਾਂ ਦੇ ਵੈਲਫੇਅਰ ਲਈ, ਸੋਸ਼ਲ ਜਸਟਿਸ ਲਈ, ਇਕਨੋਮਿਕ ਡਿਵੈਲਪਮੈਂਟ ਦੇ ਲਈ. ਉਸ ਟਾਈਮ ਮਤਲਬ ਕਿ ਟੈਕਸੇਸ਼ਨ ਸਿਸਟਮ ਵੱਲ ਉਹ ਬੇਸਿਸ ਨਹੀਂ ਸੀ. ਉਸ ਟਾਈਮ ਦਾ ਜਿਹੜਾ ਟੈਕਸੇਸ਼ਨ ਸਿਸਟਮ ਸੀ ਉਹ ਸਿਰਫ ਐਡਮਿਨਿਸਟ੍ਰੇਟਿਵ ਐਕਸਪੈਂਸਿਸ ਲਈ ਲਗਾਇਆ ਜਾਂਦਾ ਸੀਗਾ, ਸੋਸ਼ਲ ਵੈਲਫੇਅਰ ਦੇ ਲਈ ਨਹੀਂ. ਇੰਡੀਪੈਂਡੈਂਸ ਤੋਂ ਬਾਅਦ ਬਹੁਤ ਸਾਰੇ ਇੰਡਾਇਰੈਕਟ ਅਤੇ ਡਾਇਰੈਕਟ ਟੈਕਸ ਇੰਪੋਜ਼ਡ ਕੀਤੇ ਗਏ. ਜਿਹੜੀ ਨਿਊ ਟੈਕਸੇਸ਼ਨ ਪੋਲਿਸੀ ਸੀ ਇੰਡੀਆ ਦੇ ਵਿੱਚ ਉਸ ਦਾ ਮੇਨ ਮੋਟਿਵ ਕੀ ਸੀ ਕਿ ਟੈਕਸ ਰੈਵਨਿਊ ਨੂੰ ਇਨਕਰੀਜ਼ ਕਰਨਾ ਸੀ ਅਤੇ ਕੈਪੀਟਲ ਫੋਰਮੇਸ਼ਨ ਨੂੰ ਪ੍ਰਮੋਟ ਕਰਨਾ ਸੀ. ਬਾਏ ਇਨਕਰੇਜਿੰਗ ਸੇਵਿੰਗ ਐਂਡ ਇਨਵੈਸਟਮੈਂਟ, ਸੇਵਿੰਗ ਅਤੇ ਇਨਵੈਸਟਮੈਂਟ ਨੂੰ ਇਨਕਰੀਜ਼ ਕਰਕੇ ਕੈਪੀਟਲ ਫੋਰਮੇਸ਼ਨ ਨੂੰ ਪ੍ਰਮੋਟ ਕਰਨਾ ਸੀ ਅਤੇ ਇਨਕਮ ਇਨਕੁਐਲਿਟੀ ਨੂੰ ਰਿਮੂਵ ਕਰਨਾ. ਮੇਨ ਡਾਇਰੈਕਟ ਐਂਡ ਇਨਡਾਇਰੈਕਟ ਟੈਕਸਸ ਆਰ ਸ਼ੋਨ ਇਨ ਟੇਬਲ 1. ਇਨਕਮ ਟੈਕਸ, ਕਾਰਪੋਰੇਸ਼ਨ ਟੈਕਸ, ਗਿਫਟ ਟੈਕਸ, ਲੈਂਡ ਰੈਵਨਿਊ, ਪ੍ਰੋਫੈਸ਼ਨ ਟੈਕਸ, ਸਟੈਂਪ ਡਿਊਟੀ ਐਂਡ ਰਜਿਸਟ੍ਰੇਸ਼ਨ ਚਾਰਜਸ, ਸਿਕਿਉਰਿਟੀਜ਼ ਟ੍ਰਾਂਜੈਕਸ਼ਨ ਟੈਕਸ. ਇਹ ਸਾਰੇ ਕੀ ਸੀ? ਡਾਇਰੈਕਟ ਟੈਕਸ ਸੀ. ਇਨਡਾਇਰੈਕਟ ਟੈਕਸ ਕਿਹੜੇ ਸੀ? ਐਕਸਾਈਜ਼ ਡਿਊਟੀ, ਕਸਟਮ ਡਿਊਟੀ, ਵੈਟ, ਇਲੈਕਟ੍ਰੀਸਿਟੀ ਡਿਊਟੀ, ਮੋਟਰ ਵਹੀਕਲ ਟੈਕਸ, ਗੁੱਡਸ ਐਂਡ ਸਰਵਿਸਿਜ਼ ਟੈਕਸ. ਇਹ ਸਾਰੇ ਕੀ ਸੀਗੇ? ਇਨਡਾਇਰੈਕਟ ਟੈਕਸਸ ਸੀਗੇ. ਨੈਕਸਟ ਇਜ਼ ਫੀਚਰਸ ਆਫ ਇੰਡੀਅਨ ਟੈਕਸੇਸ਼ਨ ਸਿਸਟਮ. First point is tax revenue and national income ratio. In India, tax income ratio has been on the increase. ਜਿਵੇਂ ਕਿ ਇਸ ਟੇਬਲ ਦੇ ਵਿੱਚ ਸ਼ੋ ਕੀਤਾ ਗਿਆ ਹੈ ਈਅਰਸ ਦੇ ਵਿੱਚ ਟੈਕਸ ਰੈਵਨਿਊ ਕਿੰਨਾ ਸੀ, ਟੈਕਸ ਦੇ ਕਾਰਨ ਗਵਰਨਮੈਂਟ ਦੇ GDP ਜਾਂ ਇਨਕਮ ਵਿੱਚ ਕਿੰਨਾ ਇਨਕਰੀਜ਼ ਆਉਂਦਾ ਸੀ. 1950-51 ਦੇ ਵਿੱਚ ਜਿਹੜੀ ਟੈਕਸ ਰੈਵਨਿਊ ਤੋਂ ਇਨਕਮ ਸੀ 6.4 ਸੀ, 1971 ਦੇ ਵਿੱਚ 11.5 ਹੋ ਗਈ, ਐਂਡ 2016 ਐਂਡ 17 ਦੇ ਵਿੱਚ ਕਿ ਇਨਕਰੀਜ਼ ਹੋ ਗਿਆ, ਕਿੰਨੀ ਹੋ ਗਈ? 17.8%. As against the developed country of the world, tax burden in India is not much. ਕਿਉਂਕਿ ਜਿਹੜੇ
ਬ੍ਰਿਟਿਸ਼ ਦੇ ਵਿੱਚ ਜਿਹੜਾ ਟੈਕਸ ਬਰਡਨ ਸੀ ਜਾਂ ਟੈਕਸ ਕ੍ਰੋਸ ਨੈਸ਼ਨਲ ਪ੍ਰੋਡਕਟ ਦੇ ਵਿੱਚ ਜਿਹੜਾ ਹਿੱਸਾ ਸੀ ਕੰਟਰੀਬਿਊਸ਼ਨ ਸੀ ਉਹ 30% ਸੀ। USA ਵਿੱਚ ਟੈਕਸ ਦਾ GNP ਵਿੱਚ ਜਿਹੜਾ ਕੰਟਰੀਬਿਊਸ਼ਨ ਸੀ ਉਹ 23% ਸੀ। ਜਾਪਾਨ ਵਿੱਚ 23% ਐਂਡ ਕੈਨੇਡਾ ਦੇ ਵਿੱਚ 19%। ਬਟ ਇੰਡੀਆ ਦੇ ਵਿੱਚ ਜਿਹੜੀ ਡਿਸਪੋਜ਼ੇਬਲ ਇਨਕਮ ਆ ਉਹ ਲੋ ਆ। ਇਸ ਕਾਰਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਇੰਡੀਆ ਦੇ ਵਿੱਚ ਟੈਕਸ ਦਾ ਬਰਡਨ ਘੱਟ ਆ। ਇੰਡੀਆ ਦੇ ਵਿੱਚ ਵੀ ਟੈਕਸ ਦਾ ਬਰਡਨ ਲੋਕਾਂ ਉੱਪਰ ਜ਼ਿਆਦਾ ਬਿਕੋਜ਼ ਆਫ ਇੰਡੀਆ ਦੇ ਵਿੱਚ ਜਿਹੜੀ ਡਿਸਪੋਜ਼ੇਬਲ ਇਨਕਮ ਆ ਉਹ ਬਹੁਤ ਘੱਟ ਆ ਇੰਡੀਆ ਦੇ ਵਿੱਚ। ਨੈਕਸਟ ਇਜ਼ ਮਲਟੀਪਲ ਟੈਕਸੇਸ਼ਨ ਸਿਸਟਮ। A mix of direct and indirect tax is found in Indian economy। Indian economy ਵਿੱਚ ਬਹੁਤ ਸਾਰੇ direct ਤੇ indirect taxes ਲਗਾਏ ਜਾਂਦੇ ਆ। It includes many direct tax ਕਿਹੜੇ ਆ income tax, wealth tax, death duty, corporation tax etc. and indirect taxes is excise duty, custom duty, value added tax, service tax, stamp duty, entertainment tax and passenger tax। ਇਹ ਸਾਰੇ ਕੀ ਆ ਇਨਡਾਇਰੈਕਟ ਟੈਕਸਿਸ ਆ। ਇਸ ਲਈ ਜਿਹੜੀ ਇੰਡੀਅਨ ਟੈਕਸੇਸ਼ਨ ਸਿਸਟਮ ਆ ਇੱਕ ਮਲਟੀਪਲ ਟੈਕਸੇਸ਼ਨ ਸਿਸਟਮ ਆ। ਗਵਰਨਮੈਂਟ ਨੇ 1 ਜੁਲਾਈ 2070 ਦੇ ਵਿੱਚ ਇੱਕ ਨਵਾਂ ਟੈਕਸ ਇੰਟਰੋਡਿਊਸ ਕੀਤਾ ਦੈਟ ਇਜ਼ ਗੁੱਡਸ ਐਂਡ ਸਰਵਿਸਿਜ਼ ਟੈਕਸ, ਦੈਟ ਮੀਨਸ GST। ਇਨ ਸਾਰੇ ਇਨਡਾਇਰੈਕਟ ਟੈਕਸਿਸ ਨੂੰ ਹਿਲਾ ਕੇ ਖ਼ਤਮ ਕਰਕੇ ਲਾਈਕ ਐਕਸਾਈਜ਼ ਡਿਊਟੀ, ਸਰਵਿਸ ਟੈਕਸ, ਵੈਲਿਊ ਐਡਡ ਟੈਕਸ, ਸੈਂਟਰਲ ਸੇਲ ਟੈਕਸ, ਐਂਟਰਟੇਨਮੈਂਟ ਟੈਕਸ, ਇਹਨਾਂ ਦੀ ਜਗ੍ਹਾ ਸਾਰੇ ਇਨਡਾਇਰੈਕਟ ਟੈਕਸਿਸ ਦੀ ਤਰ੍ਹਾਂ ਗਵਰਨਮੈਂਟ ਨੇ ਇੱਕ ਟੈਕਸ ਨੂੰ ਇੰਟਰੋਡਿਊਸ ਕੀਤਾ ਦੈਟ ਇਜ਼ GST। ਨੈਕਸਟ ਇਜ਼ ਸ਼ੇਅਰ ਆਫ ਡਾਇਰੈਕਟ ਐਂਡ ਇਨਡਾਇਰੈਕਟ ਟੈਕਸਿਸ। Earlier there was predominance of indirect taxes in Indian taxation system। Indian taxation system ਦੇ ਵਿੱਚ ਪਹਿਲਾਂ ਜਿਹੜਾ indirect taxes ਦੀ predominance ਜ਼ਿਆਦਾ ਸੀ। ਇਨਡਾਇਰੈਕਟ ਟੈਕਸਿਸ ਦੇ ਵਿੱਚ ਜਿਹੜਾ ਐਕਸਾਈਜ਼ ਡਿਊਟੀ ਦੀ ਜ਼ਿਆਦਾ ਇੰਪੋਰਟੈਂਸ ਸੀ। ਐਕਸਾਈਜ਼ ਡਿਊਟੀ ਕੀ ਇੱਕ ਇਨਡਾਇਰੈਕਟ ਟੈਕਸ ਸੀ। 1950-51 ਦੇ ਵਿੱਚ ਜਿਹੜਾ ਟੋਟਲ ਟੈਕਸ ਦੇ ਵਿੱਚ 36.8% ਕੰਟਰੀਬਿਊਟ ਡਾਇਰੈਕਟ ਟੈਕਸ ਦਾ ਸੀ, ਰੈਸਟ 63.2% ਜਿਹੜਾ ਸੀ ਇਨਡਾਇਰੈਕਟ ਟੈਕਸਸ ਸੀ। ਬਟ ਇਨ 2016 ਐਂਡ 17 ਡਾਇਰੈਕਟ ਟੈਕਸ ਦਾ ਟੋਟਲ ਟੈਕਸ ਦੇ ਵਿੱਚ ਸ਼ੇਅਰ ਕਿੰਨਾ ਸੀ 51.5% ਐਂਡ ਇਨਡਾਇਰੈਕਟ ਟੈਕਸ 48.5% ਸੀ। ਜਾਪਾਨ ਐਂਡ ਆਸਟ੍ਰੇਲੀਆ ਦਾ ਡਾਇਰੈਕਟ ਟੈਕਸ ਵਿੱਚ ਜਿਹੜਾ ਕੰਟਰੀਬਿਊਟ ਸੀ ਉਹ 70% ਸੀ। ਦੈਟ ਮੀਨ ਡਾਇਰੈਕਟ ਟੈਕਸ ਦਾ ਟੋਟਲ ਟੈਕਸ ਵਿੱਚ ਕੰਟਰੀਬਿਊਟ ਜਾਪਾਨ ਅਤੇ ਆਸਟ੍ਰੇਲੀਆ ਦਾ 17% ਸੀ, ਜੋ ਕਿ ਬਹੁਤ ਜ਼ਿਆਦਾ ਸੀ। ਨੈਕਸਟ ਇਜ਼ ਡਿਪੈਂਡੈਂਸ ਆਫ ਟੈਕਸ ਸਟਰਕਚਰ ਔਨ ਏ ਫਿਊ ਸਿਲੈਕਟਡ ਟੈਕਸਿਸ। ਭਾਵੇਂ ਸੈਂਟਰ ਗਵਰਨਮੈਂਟ ਅਤੇ ਸਟੇਟ ਗਵਰਨਮੈਂਟ ਬਹੁਤ ਸਾਰੇ ਇੰਡੀਆ ਦੇ ਵਿੱਚ ਟੈਕਸ ਲਗਾਉਂਦੀ ਆ ਬਟ ਰੈਵਨਿਊ ਦੇ ਪੁਆਇੰਟ ਆਫ ਵਿਊ ਤੋਂ ਕੁਛ ਹੀ ਟੈਕਸਿਸ ਇੰਪੋਰਟੈਂਟ ਆ। ਡਾਇਰੈਕਟ ਟੈਕਸਿਸ ਦੇ ਵਿੱਚ ਕਾਰਪੋਰੇਸ਼ਨ ਟੈਕਸ ਅਤੇ ਇਨਕਮ ਟੈਕਸ ਬਹੁਤ ਜ਼ਿਆਦਾ ਇੰਪੋਰਟੈਂਟ ਟੈਕਸ ਹੈ ਕਿਉਂਕਿ ਇਹਨਾਂ ਤੋਂ ਰੈਵਨਿਊ ਜ਼ਿਆਦਾ ਹੁੰਦੀ ਆ। ਫਰੋਮ ਦਾ ਪੁਆਇੰਟ ਆਫ ਵਿਊ ਆਫ ਦੀ ਸਟੇਟਸ ਲੈਂਡ ਰੈਵਨਿਊ ਇਜ਼ ਦੀ ਮੋਸਟ ਇੰਪੋਰਟੈਂਟ ਡਾਇਰੈਕਟ ਟੈਕਸ। Next point is progressive। Indian taxation system is based on the principle of progressiveness। That means ਇੰਡੀਆ ਦੇ ਵਿੱਚ ਜਿਹੜਾ ਜ਼ਿਆਦਾਤਰ ਟੈਕਸ ਲਗਾਏ ਜਾਂਦੇ ਆ ਉਹ ਪ੍ਰੋਗਰੈਸਿਵ ਦੇ ਅਕੋਰਡਿੰਗ ਪ੍ਰੋਗਰੈਸਿਵਨੈਸ ਦੇ ਅਕੋਰਡਿੰਗ ਲਗਾਏ ਜਾਂਦੇ ਆ। ਦੈਟ ਮੀਨਸ ਕਿ ਜਿਨ੍ਹਾਂ ਪਰਸਨ ਦੀ ਇਨਕਮ ਘੱਟ ਹੁੰਦੀ ਆ ਉਹਨਾਂ 'ਤੇ ਟੈਕਸ ਰੇਟ ਵੀ ਘੱਟ ਚਾਰਜ ਕੀਤਾ ਜਾਂਦਾ ਹੈ ਨਾ ਜਿਨ੍ਹਾਂ ਪਰਸਨ ਦੀ ਇਨਕਮ ਜ਼ਿਆਦਾ ਹੁੰਦੀ ਆ ਉਹਨਾਂ 'ਤੇ ਟੈਕਸ ਰੇਟ ਵੀ ਜ਼ਿਆਦਾ ਹੁੰਦਾ ਹੈ। Likewise, some indirect taxes, example GST, is also levied on the principle of progression to some extent। That means ਕਿ ਜਿਹੜੇ indirect tax GST ਆ ਉਸਨੂੰ ਵੀ progression principle of progression ਦੇ ਅਕੋਰਡਿੰਗ ਕੁਛ ਹੱਦ ਤੱਕ ਲਗਾਇਆ ਜਾਂਦਾ ਆ। ਜਿਹੜੀਆਂ ਗੁੱਡਸ ਲੋ ਇਨਕਮ ਪਰਸਨ ਜਾਂ ਗਰੁੱਪ ਕੰਜ਼ਿਊਮ ਕਰਦੇ ਆ ਉਹਨਾਂ ਦੇ ਉੱਪਰ ਟੈਕਸ ਰੇਟ ਨੂੰ ਘੱਟ ਰੱਖਿਆ ਜਾਂਦਾ। ਔਨ ਦਾ ਅਦਰ ਹੈਂਡ ਲਗਜ਼ਰੀ ਗੁੱਡਸ ਜਿਹੜੀਆਂ ਗੁੱਡਸ ਹਾਈ ਇਨਕਮ ਗਰੁੱਪ ਕੰਜ਼ਿਊਮ ਕਰਦੇ ਆ ਉਹਨਾਂ ਦੇ ਉੱਪਰ ਜਿਹੜੇ ਹਾਈ ਇਨਕਮ ਗਰੁੱਪਸ ਪਰਸਨ ਆ ਉਹ ਲਗਜ਼ਰੀ ਗੁੱਡਸ ਜ਼ਿਆਦਾ ਪਰਚੇਜ਼ ਕਰਦੇ ਆ ਇਸ ਲਈ ਉਹਨਾਂ ਗੁੱਡਸ ਦੇ ਉੱਪਰ ਜਿਹੜੀ ਟੈਕਸ ਰੇਟ ਆ ਉਹ ਜ਼ਿਆਦਾ ਚਾਰਜ ਕੀਤਾ ਜਾਂਦਾ ਹੈ। ਨੈਕਸਟ ਇਜ਼ ਲੈਸ ਕਵਰੇਜ। ਇਨ ਇੰਡੀਆ very small number of people are burdened with tax। Most of the population is exempted from the payment of tax। ਇੰਡੀਆ ਦੇ ਵਿੱਚ ਬਹੁਤ ਹੀ ਸਮਾਲ ਨੰਬਰ ਆਫ ਪੀਪਲ ਆ ਜਿਨ੍ਹਾਂ ਦੇ ਉੱਪਰ ਟੈਕਸ ਦਾ ਬਰਡਨ ਆ। ਜ਼ਿਆਦਾਤਰ ਲੋਕਾਂ ਦੇ ਉੱਪਰ ਟੈਕਸ ਪੇ ਨਹੀਂ ਕਰਨਾ ਪੈਂਦਾ। ਫੋਰ ਐਗਜ਼ਾਮਪਲ ਸਿਰਫ 5% ਆਫ ਪਾਪੂਲੇਸ਼ਨ ਆ ਇੰਡੀਆ ਦੇ ਵਿੱਚ ਜਿਹੜੀ ਇਨਕਮ ਟੈਕਸ ਪੇ ਕਰਦੀ ਆ। ਦਸ ਇੰਡੀਅਨ ਟੈਕਸੇਸ਼ਨ ਸਿਸਟਮ ਇਜ਼ ਨੋਟ ਬਰੋਡ ਬੇਸਡ। ਦੈਟ ਮੀਨਸ ਕਿ ਇੰਡੀਆ ਦਾ ਜਿਹੜਾ ਟੈਕਸੇਸ਼ਨ ਸਿਸਟਮ ਆ ਜ਼ਿਆਦਾ ਬਰੋਡ ਨਹੀਂ ਹੈਗਾ। ਨੈਕਸਟ ਇਜ਼ ਟੈਕਸ ਐਵੇਜ਼ਨ।
official responsible for the collection of taxes are not efficient। ਜਿਹੜੇ ਪੀਪਲ ਟੈਕਸ ਕਲੈਕਟ ਕਰਦੇ ਆ ਅਗਰ ਉਹ ਪੂਰੀ ਤਰ੍ਹਾਂ ਪ੍ਰੋਪਰ ਐਫੀਸ਼ੀਐਂਟ ਨਹੀਂ ਹੁੰਦੇ ਤਾਂ ਜਿਹੜੇ ਪਰਸਨ ਆ ਜਿਹਨਾਂ ਉੱਪਰ ਟੈਕਸ ਲਗਾਇਆ ਜਾਂਦਾ ਆ ਉਹ ਟੈਕਸ ਚੋਰੀ ਕਰਨ ਦੇ ਵਿੱਚ ਸਕਸੀਡ ਹੋ ਜਾਂਦੇ ਆ। ਲੋਕੀ ਜਾਂ ਤਾਂ ਟੈਕਸ ਨਹੀਂ ਪੇ ਕਰਦੇ ਜਾਂ ਤਾਂ ਫਿਰ ਕੀ ਕਰਦੇ ਜਿੰਨੀ ਐਕਚੁਅਲ ਪੇਮੈਂਟ ਹੁੰਦੀ ਆ ਉਸ ਦੇ ਨਾਲੋਂ ਘੱਟ ਟੈਕਸ ਪੇ ਕਰਦੇ ਆ। In 2016 and 17 ਦੇ ਵਿੱਚ ਐਸਟੀਮੇਟਡ ਬਲੈਕ ਮਨੀ ਇਨ ਇੰਡੀਆ ਵਾਸ 25 ਲੱਖ ਕਰੋੜ। 2006 ਅਤੇ 7 ਦੇ ਵਿੱਚ ਜਿਹੜੀ ਬਲੈਕ ਮਨੀ ਇੰਡੀਆ ਦੇ ਵਿੱਚ ਐਸਟੀਮੇਟਡ ਕੀਤੀ ਗਈ ਸੀ ਉਹ 25 ਲੱਖ ਕਰੋੜ ਸੀ। ਇਫ ਟੈਕਸ ਰੇਟ ਇਜ਼ ਟੇਕਨ ਐਜ਼ 30% then it means that 7 lakh 50,000 crore tax was evaded on this black money। that means ਕਿ ਅਗਰ 3% ਟੈਕਸ ਰੇਟ ਸੀ ਤਾਂ ਦੈਨ ਉਸ ਦਾ ਮਤਲਬ ਕੀ ਹੈ ਕਿ 7,50,000 ਕਰੋੜ ਉਸ ਦੇ ਵਿੱਚੋਂ ਟੈਕਸ ਦੀ ਚੋਰੀ ਸੀਗੀ ਬਲੈਕ ਮਨੀ ਦੇ ਵਿੱਚ। ਨੈਕਸਟ ਇਜ਼ ਨੋਨ ਇਕਨੋਮਿਕਲ। ਇੰਡੀਅਨ ਟੈਕਸੇਸ਼ਨ ਸਿਸਟਮ ਇਜ਼ ਨੋਟ ਇਕਨੋਮਿਕਲ। ਇੰਡੀਅਨ ਟੈਕਸੇਸ਼ਨ ਸਿਸਟਮ ਇੱਕ ਇਕਨੋਮਿਕਲੀ ਨਹੀਂ ਹੈਗਾ। ਦੈਟ ਮੀਨਸ ਇਕਨੋਮਿਕਲ ਦਾ ਮਤਲਬ ਹੈ ਕਿ ਬੱਚਤ ਵਾਲਾ ਨਹੀਂ ਹੈਗਾ। ਨਿਊ ਟੈਕਸਿਸ ਲਾਈਕ ਗਿਫਟ ਟੈਕਸ ਆ, ਵੈਲਥ ਟੈਕਸ, ਐਸਟੇਟ ਡਿਊਟੀ ਆ, ਇਹਨਾਂ ਤੋਂ ਜ਼ਿਆਦਾ ਰੈਵਨਿਊ ਨਹੀਂ ਮਿਲਦਾ। ਬਟ ਇਹਨਾਂ ਟੈਕਸਿਸ ਨੂੰ ਕਲੈਕਟ ਕਰਨ ਦੇ ਵਿੱਚ ਬਹੁਤ ਸਾਰਾ ਐਕਸਪੈਂਡੀਚਰ ਹੋ ਜਾਂਦਾ ਆ। ਐਕਸਪੈਂਡੀਚਰ ਔਨ ਟੈਕਸ ਕਲੈਕਸ਼ਨ ਹੈਜ਼ ਇਨਕਰਡ ਵੈਰੀ ਮਚ। ਇੰਡੀਆ ਦੇ ਵਿੱਚ ਟੈਕਸ ਕਲੈਕਸ਼ਨ ਦੇ ਉੱਪਰ ਜਿਹੜਾ ਐਕਸਪੈਂਡੀਚਰ ਆ ਉਹ ਬਹੁਤ ਜ਼ਿਆਦਾ ਆ, ਜਿਸ ਕਾਰਨ ਜਿਹੜਾ ਇੰਡੀਅਨ ਟੈਕਸੇਸ਼ਨ ਸਿਸਟਮ ਆ ਨੋਨ ਇਕਨੋਮਿਕਲ ਆ। ਨੈਕਸਟ ਇਜ਼ ਕੰਪਲੀਕੇਟਡ। ਜਿਹੜਾ ਇੰਡੀਅਨ ਟੈਕਸੇਸ਼ਨ ਸਿਸਟਮ ਆ ਉਹ ਸਿੰਪਲੀਸਿਟੀ ਦੇ ਪ੍ਰਿੰਸੀਪਲ ਉੱਪਰ ਬੇਸਡ ਨਹੀਂ ਹੈ। ਦੈਟ ਮੀਨਸ ਇੰਡੀਅਨ ਟੈਕਸੇਸ਼ਨ ਸਿਸਟਮ ਸਿੰਪਲ ਨਹੀਂ ਆ। ਇੰਡੀਅਨ ਟੈਕਸੇਸ਼ਨ ਸਿਸਟਮ ਬਹੁਤ ਹੀ ਜ਼ਿਆਦਾ ਕੰਪਲੈਕਸਿਟੀ ਵਾਲਾ ਆ। ਨੈਕਸਟ ਇਜ਼ ਮੋਰ ਰੈਵਨਿਊ ਫਰੋਮ ਸੈਂਟਰਲ ਟੈਕਸਿਸ ਐਂਡ ਸਟੇਟ ਟੈਕਸਿਸ। more revenue from central taxes than state taxes। Another feature of Indian taxation system is more revenue from central tax than state tax। that means कि central tax ਤੋਂ ਜ਼ਿਆਦਾ revenue ਹੁੰਦਾ ਹੈ as compared to state tax। 2016 ਤੇ 17 ਦੇ ਵਿੱਚ central tax ਦਾ total tax ਦੇ ਵਿੱਚ ਜਿਹੜਾ contribution ਸੀਗਾ ਉਹ 60% ਸੀ ਐਂਡ state tax ਦਾ total tax revenue ਵਿੱਚ ਜਿਹੜਾ contribution ਸੀ only 40% ਸੀ। next is sectoral imbalances। Indian taxation system suffers from sectoral imbalances। that means ਕਿ ਇੰਡੀਆ ਦੇ ਵਿੱਚ ਜਿਹੜਾ ਐਗਰੀਕਲਚਰ ਸੈਕਟਰ ਦੇ ਉੱਪਰ ਆ ਟੈਕਸ ਦਾ ਬਰਡਨ ਬਹੁਤ ਹੀ ਘੱਟ ਆ ਐਜ਼ ਕੰਪੇਅਰ ਟੂ ਇੰਡਸਟਰੀਅਲ ਸੈਕਟਰ ਐਂਡ ਸਰਵਿਸ ਸੈਕਟਰ। ਇਹਨਾਂ ਦੇ ਉੱਪਰ ਜਿਹੜਾ ਇੰਡਸਟਰੀ ਅਤੇ ਸਰਵਿਸ ਸੈਕਟਰ ਦੇ ਉੱਪਰ ਟੈਕਸ ਦਾ ਬਰਡਨ ਜ਼ਿਆਦਾ ਆ। Although large resources are being spent on agriculture sector during different plan periods ਦੇ ਵਿੱਚ ਜਿਹੜਾ ਐਗਰੀਕਲਚਰ ਸੈਕਟਰ ਦੇ ਵਿੱਚ ਲਾਰਜ ਨੰਬਰ ਆਫ ਰਿਸੋਰਸ ਨੂੰ ਸਪੈਂਡ ਕੀਤਾ ਗਿਆ ਬਟ ਫਿਰ ਵੀ ਜਿਹੜਾ ਐਗਰੀਕਲਚਰ ਦੇ ਉੱਪਰ ਆ ਟੈਕਸ ਦਾ ਬਰਡਨ ਉਹ ਮਿਨੀਮਮ ਰੱਖਿਆ ਜਾਂਦਾ ਹੈ। ਇਨ 2017 ਐਂਡ 18 ਦੇ ਵਿੱਚ ਇਨਕਮ ਟੈਕਸ ਔਨ ਨੋਨ ਐਗਰੀਕਲਚਰ ਸੈਕਟਰ ਦੇ ਉੱਪਰ ਜਿਹੜਾ ਇਨਕਮ ਟੈਕਸ ਸੀ ਉਸ ਤੋਂ ਰੈਵਨਿਊ ਜਿਹੜਾ ਹੋਇਆ ਸੀ ਉਹ ਸੀਗਾ 4,30,772 ਕਰੋੜ। ਵੇਅਰ ਐਜ਼ ਇਨਕਮ ਟੈਕਸ ਔਨ ਐਗਰੀਕਲਚਰ ਦੀ ਇਨਕਮ 'ਤੇ ਜਿਹੜਾ ਇਨਕਮ ਟੈਕਸ ਸੀਗਾ ਉਹ ਸੀਗਾ 182 ਕਰੋੜ ਓਨਲੀ। ਨੈਕਸਟ ਇਜ਼ ਕੰਪੋਜੀਸ਼ਨਲ ਸ਼ਿਫਟ ਇਨ ਟੈਕਸ ਸਟਰਕਚਰ। Since independence, many compositional changes have taken place in Indian tax structure such as first is in case of tax on income कि taxes तो ਜਿਹੜੀ income ਹੁੰਦੀ ਉਸ ਦੇ ਵਿੱਚ revenue from corporation tax has been rising more than individual income tax। individual ਦੀ income ਉੱਤੇ ਜਿਹੜਾ ਲਗਾਇਆ ਜਾਂਦਾ ਟੈਕਸ ਉਸ ਨੂੰ income tax ਕਿਹਾ ਜਾਂਦਾ ਅਤੇ ਜਿਹੜਾ ਕਿਸੇ ਫਰਮ ਜਾਂ ਕੰਪਨੀ ਦੀ ਉੱਪਰ ਜਿਹੜਾ ਇਨਕਮ 'ਤੇ ਟੈਕਸ ਲਾਇਆ ਜਾਂਦਾ ਉਸ ਨੂੰ ਕਾਰਪੋਰੇਸ਼ਨ ਟੈਕਸ ਕਿਹਾ ਜਾਂਦਾ। ਦੈਟ ਮੀਨਸ ਚੇਂਜ ਕੀ ਆਇਆ ਕਿ ਕਾਰਪੋਰੇਸ਼ਨ ਟੈਕਸ ਤੋਂ ਜਿਹੜੀ ਮਿਲਣ ਵਾਲੀ ਇਨਕਮ ਸੀ ਉਹ ਬਹੁਤ ਜ਼ਿਆਦਾ ਹੋ ਗਈ ਸੀ ਐਜ਼ ਕੰਪੇਅਰ ਟੂ ਇਨਕਮ ਟੈਕਸ ਨਾਲੋਂ। ਇਨ 2017 ਐਂਡ 18 ਰੈਵਨਿਊ ਅਰਨਡ ਫਰੋਮ ਕਾਰਪੋਰੇਸ਼ਨ ਟੈਕਸ ਵਾਜ਼ 5,71,202 crore whereas revenue from individual income tax is 4,30,772 crore। Share of general sale tax in the tax revenue of the state has been rising। 90, 50 and 51 ਦੇ ਵਿੱਚ ਜਿਹੜਾ ਸੇਲ ਟੈਕਸ ਤੋਂ ਰੈਵਨਿਊ ਸੀ ਉਹ 20% ਸੀ ਐਂਡ 2004 ਐਂਡ 50 ਦੇ ਵਿੱਚ ਉਹ ਇਨਕਰੀਜ਼ ਹੋ ਕੇ 43% ਹੋ ਗਿਆ। 1 April 2005 ਦੇ ਵਿੱਚ ਸੇਲ ਟੈਕਸ ਨੂੰ ਰਿਪਲੇਸ ਕਰਕੇ ਵੈਲਿਊ ਐਡਡ ਟੈਕਸ ਨੂੰ
ਵੈਲਿਊ ਐਡਡ ਟੈਕਸ ਨੂੰ ਇੰਟਰੋਡਿਊਸ ਕੀਤਾ ਗਿਆ, ਬਟ ਫਰੋਮ 1 ਜੁਲਾਈ 2017 ਦੇ ਵਿੱਚ except a few productive value added tax has been replaced with goods and services tax। ਕੁਛ ਵੈਲਿਊ ਐਡਡ ਟੈਕਸ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਰਿਪਲੇਸ ਕਰਕੇ ਗੁੱਡਸ ਐਂਡ ਸਰਵਿਸ ਟੈਕਸ ਨੂੰ ਇੰਟਰੋਡਿਊਸ ਕੀਤਾ ਗਿਆ। 2017 ਅਤੇ 18 ਦੇ ਵਿੱਚ ਜਿਹੜੀ GST ਤੋਂ ਕਲੈਕਸ਼ਨ ਸੀ ਉਹ ਸੀਗੀ 4,42,562 ਕਰੋੜ ਐਂਡ 2018 ਅਤੇ 19 ਦੇ ਵਿੱਚ ਐਕਸਪੈਕਟਡ ਰੈਵਨਿਊ ਫਰੋਮ GST ਤੋਂ ਅਸੀਂ 6,43,900 ਕਰੋੜ। Next, the share of service tax among indirect tax is increasing in recent year। indirect taxes ਦੇ ਵਿੱਚ ਜਿਹੜਾ ਸਰਵਿਸ ਟੈਕਸ ਦਾ ਸ਼ੇਅਰ ਸੀ ਉਹ ਵੀ ਇਨਕਰੀਜ਼ ਹੋ ਰਿਹਾ। 95-96 ਦੇ ਵਿੱਚ ਜਿਹੜਾ ਸਰਵਿਸ ਟੈਕਸ ਤੋਂ ਰੈਵਨਿਊ ਸੀ ਉਹ ਸੀਗਾ 862 ਕਰੋੜ। 2016 ਐਂਡ 17 ਦੇ ਵਿੱਚ ਟੈਕਸ ਕੰਟਰੀਬਿਊਟ ਸੀ 2,54,499 ਕਰੋੜ। ਵਿਦ ਦਾ ਇੰਟਰੋਡਕਸ਼ਨ ਆਫ GST ਤੋਂ ਬਾਅਦ ਜਿਹੜਾ ਸਰਵਿਸ ਟੈਕਸ ਨੂੰ ਮਰਜ ਕਰ ਦਿੱਤਾ ਗਿਆ GST ਦੇ ਵਿੱਚ। ਨੈਕਸਟ ਇਜ਼ ਇਨ ਦੀ ਟੋਟਲ ਟੈਕਸ ਰੈਵਨਿਊ ਆਫ ਦੀ ਸਟੇਟ ਦੇ ਟੋਟਲ ਟੈਕਸ ਰੈਵਨਿਊ ਦੇ ਵਿੱਚ ਸ਼ੇਅਰ ਫਰੋਮ ਦੀ ਸੈਂਟਰਲ ਸਟੇਟ ਦਾ ਜਿਹੜਾ ਸ਼ੇਅਰ ਸੀ ਟੈਕਸਿਸ ਦਾ, ਇਨਕਮ ਟੈਕਸ ਐਂਡ ਐਕਸਾਈਜ਼ ਡਿਊਟੀ, ਉਹ ਇਨਕਰੀਜ਼ ਕਰ ਗਿਆ। 1950-51 ਦੇ ਵਿੱਚ ਟੋਟਲ ਟੈਕਸ ਰੈਵਨਿਊ ਆਫ ਦਾ ਸਟੇਟ ਸ਼ੇਅਰ ਫਰੋਮ ਦੀ ਸੈਂਟਰਲ ਟੈਕਸ ਵਾਜ਼ 17.6% ਸੀ। ਫਰੋਮ 1 April 2015 the share of state in central tax has been raised to 42%। ਇਨ ਸ਼ੋਰਟ, ਇੰਡੀਆ ਦਾ ਜਿਹੜਾ ਟੈਕਸੇਸ਼ਨ ਸਿਸਟਮ ਆ ਇੱਕ ਫੈਡਰਲ ਟੈਕਸੇਸ਼ਨ ਸਿਸਟਮ ਆ ਇਨ ਵਿਚ ਟੈਕਸ ਰੈਵਨਿਊ ਆਫ ਦੀ ਸੈਂਟਰਲ ਗਵਰਨਮੈਂਟ ਇਜ਼ ਮੋਰ ਸਿਗਨੀਫਿਕੈਂਟ ਦੈਨ ਦੈਟ ਆਫ ਦੀ ਸਟੇਟ ਗਵਰਨਮੈਂਟ।